ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ 'ਤੇ। ਤੁਹਾਡੇ ਪੇਸ਼ ਹੈ ਜੀ ਇੱਕ ਨਵੀਂ ਕਹਾਣੀ ਅਨਾਰਕਲੀ। ਲੇਖਕ ਸ਼ਹਾਦਤ ਹਸਨ ਮੰਟੋ। ਨਾਮ ਉਸਦਾ ਸਲੀਮ ਸੀ, ਮਗਰ ਉਸਦੇ ਯਾਰ ਦੋਸਤ ਉਸਨੂੰ ਸ਼ਹਿਜ਼ਾਦਾ ਸਲੀਮ ਕਹਿੰਦੇ ਸਨ। ਸ਼ਾਇਦ ਇਸ ਲਈ ਕਿ ਉਸਦੇ ਨੈਣ ਨਕਸ਼ ਮੁਗਲਈ ਸਨ, ਖੂਬਸੂਰਤ ਸੀ, ਚਾਲ ਢਾਲ ਤੋਂ ਗਰੂਰ ਟਪਕਦਾ ਸੀ। ਉਸਦਾ ਬਾਪ PWD ਦੇ ਦਫ਼ਤਰ ਵਿੱਚ ਮੁਲਾਜ਼ਮ ਸੀ। ਤਨਖਾਹ ਜ਼ਿਆਦਾ ਤੋਂ ਜ਼ਿਆਦਾ 100 ਰੁਪਏ ਹੋਵੇਗੀ, ਮਗਰ ਵੱਡੇ ਠਾਠ ਨਾਲ ਰਹਿੰਦਾ। ਸਾਫ਼ ਹੈ ਕਿ ਰਿਸ਼ਵਤ ਖਾਂਦਾ ਸੀ। ਇਹੀ ਵਜ੍ਹਾ ਹੈ ਕਿ ਸਲੀਮ ਵਧੀਆ ਤੋਂ ਵਧੀਆ ਕੱਪੜੇ ਪਹਿਨਦਾ, ਜੇਬ ਖਰਚ ਵੀ ਉਸਨੂੰ ਕਾਫੀ ਮਿਲਦਾ, ਇਸ ਲਈ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ। ਜਦੋਂ ਕਾਲਜ ਵਿੱਚ ਸੀ ਤਾਂ ਕਈ ਕੁੜੀਆਂ ਉਸ 'ਤੇ ਜਾਨ ਵਾਰਦੀਆਂ ਸਨ, ਮਗਰ ਉਹ ਬੇਧਿਆਨੀ ਵਰਤਦਾ। ਆਖਰ ਉਸਦੀ ਅੱਖ ਇੱਕ ਚਪਲ ਚੰਚਲ ਕੁੜੀ, ਜਿਸ ਦਾ ਨਾਮ ਸੀਮਾ ਸੀ, ਨਾਲ ਲੜ ਗਈ। ਸਲੀਮ ਨੇ ਉਸ ਨਾਲ ਨੇੜਤਾ ਪੈਦਾ ਕਰਨੀ ਚਾਹੀ। ਉਸ ਨੂੰ ਭਰੋਸਾ ਸੀ ਕਿ ਉਹ ਉਸਦੀ ਮਿਹਰਬਾਨੀ ਹਾਸਲ ਕਰ ਲਵੇਗਾ। ਨਹੀਂ, ਉਹ ਤਾਂ ਇੱਥੋਂ ਤੱਕ ਸਮਝਦਾ ਸੀ ਕਿ ਸੀਮਾ ਉਸ ਦੇ ਕਦਮਾਂ 'ਤੇ ਡਿੱਗ ਪਵੇਗੀ ਤੇ ਉਸ ਦੀ ਬਹੁਤ ਸ਼ੁਕਰਗੁਜ਼ਾਰ ਹੋਵੇਗੀ ਕਿ ਉਸਨੇ ਮੁਹੱਬਤ ਦੀਆਂ ਨਜ਼ਰਾਂ ਨਾਲ ਉਸ ਨੂੰ ਵੇਖਿਆ। ਇੱਕ ਦਿਨ ਕਾਲਜ ਵਿੱਚ ਸਲੀਮ ਨੇ ਸੀਮਾ ਨੂੰ ਪਹਿਲੀ ਵਾਰ ਮੁਖਾਤਬ ਹੋ ਕੇ ਕਿਹਾ, ਤੁਸੀਂ ਕਿਤਾਬਾਂ ਦਾ ਇੰਨਾ ਬੋਝ ਚੁੱਕੇ ਹੋਏ ਹੋ, ਲਿਆਓ ਮੈਨੂੰ ਦੇ ਦਿਓ। ਮੇਰਾ ਤਾਂਗਾ ਬਾਹਰ ਮੌਜੂਦ ਹੈ। ਤੁਹਾਨੂੰ ਅਤੇ ਇਸ ਬੋਝ ਨੂੰ ਤੁਹਾਡੇ ਘਰ ਤੱਕ ਪੁੱਜਦਾ ਕਰ ਦੇਵਾਂਗਾ। ਸੀਮਾ ਨੇ ਆਪਣੀਆਂ ਭਾਰੀਆਂ ਭਰਕਮ ਕਿਤਾਬਾਂ ਬਗਲ ਵਿੱਚ ਦੱਬਦੇ ਹੋਏ ਵੱਡੇ ਖੁਸ਼ਕ ਲਹਿਜੇ ਵਿੱਚ ਜਵਾਬ ਦਿੱਤਾ, ਤੁਹਾਡੀ ਮਦਦ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਫਿਰ ਵੀ ਧੰਨਵਾਦ ਅਦਾ ਕਰਦੀ ਹਾਂ। ਸ਼ਹਿਜ਼ਾਦਾ ਸਲੀਮ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਦਮਾ ਪੁੱਜਿਆ। ਕੁਝ ਪਲਾਂ ਲਈ ਉਹ ਆਪਣੀ ਖਿਫਤ ਮਿਟਾਉਂਦਾ ਰਿਹਾ। ਇਸ ਦੇ ਬਾਅਦ ਉਸਨੇ ਸੀਮਾ ਨੂੰ ਕਿਹਾ, ਔਰਤ ਨੂੰ ਮਰਦ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਮੈਨੂੰ ਹੈਰਤ ਹੈ ਕਿ ਤੁਸੀਂ ਮੇਰੀ ਪੇਸ਼ਕਸ਼ ਨੂੰ ਕਿਉਂ ਠੁਕਰਾ ਦਿੱਤਾ। ਸੀਮਾ ਦਾ ਲਹਿਜਾ ਹੋਰ ਜ਼ਿਆਦਾ ਖੁਸ਼ਕ ਹੋ ਗਿਆ। ਔਰਤਾਂ ਨੂੰ ਮਰਦ ਦੇ ਸਹਾਰੇ ਦੀ ਜ਼ਰੂਰਤ ਹੋਵੇਗੀ, ਮਗਰ ਫਿਲਹਾਲ ਮੈਨੂੰ ਅਜਿਹੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਤੁਹਾਡੀ ਪੇਸ਼ਕਸ਼ ਦਾ ਧੰਨਵਾਦ ਮੈਂ ਅਦਾ ਕਰ ਚੁੱਕੀ ਹਾਂ। ਇਸ ਤੋਂ ਵੱਧ ਤੁਸੀਂ ਹੋਰ ਕੀ ਚਾਹੁੰਦੇ ਹੋ? ਇਹ ਕਹਿ ਕੇ ਸੀਮਾ ਚਲੀ ਗਈ। ਸ਼ਹਿਜ਼ਾਦਾ ਸਲੀਮ, ਜੋ ਅਨਾਰਕਲੀ ਦੇ ਸੁਪਨੇ ਵੇਖ ਰਿਹਾ ਸੀ, ਅੱਖਾਂ ਝਪਕਦਾ ਰਹਿ ਗਿਆ। ਉਸਨੇ ਬਹੁਤ ਬੁਰੀ ਤਰ੍ਹਾਂ ਹਾਰ ਖਾਈ ਸੀ। ਇਸ ਤੋਂ ਪਹਿਲਾਂ ਉਸਦੀ ਜ਼ਿੰਦਗੀ ਵਿੱਚ ਕਈ ਲੜਕੀਆਂ ਆ ਚੁੱਕੀਆਂ ਸਨ, ਜੋ ਉਸਦੀ ਅੱਖ ਦੇ ਇਸ਼ਾਰੇ 'ਤੇ ਚੱਲਦੀਆਂ ਸਨ, ਮਗਰ ਇਹ ਸੀਮਾ ਕੀ ਸਮਝਦੀ ਹੈ ਆਪਣੇ ਆਪ ਨੂੰ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੂਬਸੂਰਤ ਹੈ। ਜਿੰਨੀਆਂ ਲੜਕੀਆਂ ਮੈਂ ਹੁਣ ਤੱਕ ਵੇਖੀਆਂ ਹਨ, ਉਹਨਾਂ ਵਿੱਚ ਸਭ ਤੋਂ ਜ਼ਿਆਦਾ ਹਸੀਨ ਹੈ, ਮਗਰ ਮੈਨੂੰ ਠੁਕਰਾ ਦੇਣਾ ਇਹ ਬਹੁਤ ਵੱਡੀ ਜਾਤੀ ਹੈ। ਮੈਂ ਜ਼ਰੂਰ ਇਸ ਤੋਂ ਬਦਲਾ ਲਵਾਂਗਾ, ਚਾਹੇ ਕੁਝ ਵੀ ਹੋ ਜਾਵੇ। ਸ਼ਹਿਜ਼ਾਦਾ ਸਲੀਮ ਨੇ ਉਸ ਤੋਂ ਬਦਲਾ ਲੈਣ ਦੀ ਕਈ ਸਕੀਮਾਂ ਬਣਾਈਆਂ, ਮਗਰ ਫਲਦਾਇਕ ਸਾਬਤ ਨਾ ਹੋਈਆਂ। ਉਸਨੇ ਇੱਥੇ ਤੱਕ ਸੋਚਿਆ ਕਿ ਉਸਦੀ ਨੱਕ ਕੱਟ ਦੇਵੇ। ਇਹ ਉਹ ਜ਼ੁਰਮ ਕਰ ਬੈਠਦਾ, ਮਗਰ ਉਸਨੂੰ ਸੀਮਾ ਦੇ ਚਿਹਰੇ 'ਤੇ ਇਹ ਨੱਕ ਬਹੁਤ ਪਸੰਦ ਸੀ। ਕੋਈ ਵੱਡੇ ਤੋਂ ਵੱਡਾ ਚਿੱਤਰਕਾਰ ਵੀ ਨੱਕ ਦਾ ਤਸੱਵਰ ਨਹੀਂ ਕਰ ਸਕਦਾ ਸੀ। ਸਲੀਮ ਤਾਂ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਇਆ, ਮਗਰ ਤਕਦੀਰ ਨੇ ਉਸ ਦੀ ਮਦਦ ਕੀਤੀ। ਉਸ ਦੀ ਮਾਂ ਨੇ ਉਸ ਲਈ ਰਿਸ਼ਤਾ ਢੂੰਡਣਾ ਸ਼ੁਰੂ ਕਰ ਦਿੱਤਾ। ਢੂੰਡਦੀ ਨਜ਼ਰ ਆਖਰ ਸੀਮਾ 'ਤੇ ਪਈ, ਜੋ ਉਸ ਦੀ ਸਹੇਲੀ ਦੀ ਕੁੜੀ ਸੀ। ਗੱਲ ਪੱਕੀ ਹੋ ਗਈ, ਮਗਰ ਸਲੀਮ ਨੇ ਇਨਕਾਰ ਕਰ ਦਿੱਤਾ। ਇਸ 'ਤੇ ਉਸਦੇ ਮਾਪੇ ਬਹੁਤ ਨਾਰਾਜ਼ ਹੋਏ। ਘਰ ਵਿੱਚ 10-12 ਰੋਜ਼ ਤੱਕ ਹੰਗਾਮਾ ਮਚਿਆ ਰਿਹਾ। ਸਲੀਮ ਦੇ ਬਾਪ ਜ਼ਰਾ ਸਖਤ ਤਬੀਅਤ ਦੇ ਸਨ। ਉਹਨਾਂ ਨੇ ਉਸ ਨੂੰ ਕਿਹਾ, ਵੇਖ, ਤੈਨੂੰ ਸਾਡਾ ਫੈਸਲਾ ਕਬੂਲ ਕਰਨਾ ਪਵੇਗਾ। ਸਲੀਮ ਹਠ ਧਰਮ ਸੀ। ਜਵਾਬ ਵਿੱਚ ਇਹ ਕਿਹਾ, ਤੁਹਾਡਾ ਫੈਸਲਾ ਕੋਈ ਹਾਈ ਕੋਰਟ ਦਾ ਫੈਸਲਾ ਨਹੀਂ। ਫਿਰ ਮੈਂ ਕੀ ਜ਼ੁਰਮ ਕੀਤਾ ਹੈ ਜਿਸ ਦਾ ਤੁਸੀਂ ਫੈਸਲਾ ਸੁਣਾ ਰਹੇ ਹੋ?
ਉਸ ਦੇ ਬਾਪ ਨੂੰ ਇਹ ਸੁਣ ਕੇ ਤੈਸ਼ ਆ ਗਿਆ। ਤੇਰਾ ਜ਼ੁਰਮ ਕਿ ਤੂੰ ਨਾ ਖਲਫੋ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦਾ। ਹੁਕਮ ਅਦੋਲੀ ਕਰਦੇ ਹੋ, ਮੈਂ ਤੈਨੂੰ ਬੇਦਖਲ ਕਰ ਦੇਵਾਂਗਾ। ਸਲੀਮ ਦਾ ਜੋਸ਼ ਠੰਡਾ ਹੋ ਗਿਆ। ਪਰ ਅੱਬਾ ਜਾਨ, ਮੇਰਾ ਵਿਆਹ ਮੇਰੀ ਮਰਜ਼ੀ ਦੇ ਮੁਤਾਬਕ ਹੋਣਾ ਚਾਹੀਦਾ ਹੈ। ਦੱਸ, ਤੇਰੀ ਕੀ ਮਰਜ਼ੀ ਹੈ? ਜੇਕਰ ਤੁਸੀਂ ਠੰਡੇ ਦਿਲੋਂ ਸੁਣੋ ਤਾਂ ਮੈਂ ਅਰਜ਼ ਕਰਾਂ। ਮੇਰਾ ਦਿਲ ਕਾਫੀ ਠੰਡਾ ਹੈ। ਤੂੰ ਜੋ ਕਹਿਣਾ ਹੈ ਫੌਰਨ ਕਹਿ ਦੇ। ਮੈਂ ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰ ਸਕਦਾ। ਸਲੀਮ ਨੇ ਰੁੱਕ ਕੇ ਕਿਹਾ, ਮੈਨੂੰ ਇੱਕ ਕੁੜੀ ਨਾਲ ਮੁਹੱਬਤ ਹੈ। ਉਸ ਦਾ ਬਾਪ ਗਰਜਿਆ, ਕਿਸ ਕੁੜੀ ਨਾਲ? ਸਲੀਮ ਥੋੜੀ ਦੇਰ ਹਿਚਕਿਚਾਇਆ। ਇੱਕ ਕੁੜੀ ਹੈ। ਕੌਣ ਹੈ ਉਹ? ਕੀ ਨਾਮ ਹੈ ਉਸਦਾ? ਸੀਮਾ, ਮੇਰੇ ਨਾਲ ਕਾਲਜ ਵਿੱਚ ਪੜ੍ਹਦੀ ਸੀ। ਮੀਆਂ ਇਫਤਿਖਾਰੁਦੀਨ ਦੀ ਕੁੜੀ? ਜੀ ਹਾਂ, ਉਸ ਦਾ ਨਾਮ ਸੀਮਾ ਇਫਤਿਖਾਰ ਹੈ। ਮੇਰਾ ਖਿਆਲ ਹੈ ਉਹੀ ਹੈ। ਉਸ ਦੇ ਬਾਪ ਬੇਤਹਾਸ਼ਾ ਹੱਸਣ ਲੱਗੇ। ਖਿਆਲ ਦੇ ਬੱਚੇ, ਤੇਰਾ ਵਿਆਹ ਉਸੇ ਕੁੜੀ ਨਾਲ ਨੀਅਤ ਹੋਇਆ ਹੈ। ਕੀ ਉਹ ਤੈਨੂੰ ਪਸੰਦ ਕਰਦੀ ਹੈ? ਸਲੀਮ ਬੌਖਲਾ ਜਿਹਾ ਗਿਆ। ਇਹ ਸਿਲਸਿਲਾ ਕਿਵੇਂ ਹੋ ਗਿਆ? ਉਸ ਦੇ ਸਮਝ ਵਿੱਚ ਨਹੀਂ ਆਉਂਦਾ ਸੀ। ਕਿਤੇ ਉਸ ਦਾ ਬਾਪ ਝੂਠ ਤਾਂ ਨਹੀਂ ਬੋਲ ਰਿਹਾ ਸੀ। ਸਲੀਮ ਨੂੰ ਜੋ ਜਵਾਬ ਸਵਾਲ ਕੀਤਾ ਗਿਆ ਸੀ, ਉਸ ਦਾ ਜਵਾਬ ਉਸ ਦੇ ਬਾਪ ਨੂੰ ਨਹੀਂ ਮਿਲਿਆ ਸੀ। ਇਸ ਲਈ ਉਹਨਾਂ ਨੇ ਖੜਕ ਕੇ ਪੁੱਛਿਆ, ਸਲੀਮ, ਮੈਨੂੰ ਦੱਸ, ਕੀ ਸੀਮਾ ਤੈਨੂੰ ਪਸੰਦ ਕਰਦੀ ਹੈ? ਸਲੀਮ ਨੇ ਕਿਹਾ, ਜੀ ਨਹੀਂ। ਤੈਨੂੰ ਇਹ ਕਿਵੇਂ ਪਤਾ ਲੱਗਿਆ? ਉਸ ਤੋਂ ਇੱਕ ਵਾਰ ਮੈਂ ਮੁਖਤਸਰ ਅਲਫਾਜ਼ ਵਿੱਚ ਮੁਹੱਬਤ ਦਾ ਇਜ਼ਹਾਰ ਕੀਤਾ, ਪਰ ਉਸਨੇ ਤੈਨੂੰ ਦਰਖੋਰੇ ਇਹ ਤੀਨਾ ਨਹੀਂ ਸਮਝਿਆ। ਜੀ ਹਾਂ, ਵੱਡੀ ਬੇਰੁਖੀ ਵਰਤੀ। ਸਲੀਮ ਦੇ ਬਾਪ ਨੇ ਆਪਣੇ ਗੰਜੇ ਸਿਰ ਨੂੰ ਥੋੜੀ ਦੇਰ ਲਈ ਖੁਰਕਿਆ ਤੇ ਕਿਹਾ, ਤਾਂ ਫਿਰ ਇਹ ਰਿਸ਼ਤਾ ਨਹੀਂ ਹੋਣਾ ਚਾਹੀਦਾ ਹੈ। ਮੈਂ ਤੁਹਾਡੀ ਮਾਂ ਵੱਲੋਂ ਕਹਿੰਦਾ ਹਾਂ ਕਿ ਉਹ ਕੁੜੀ ਵਾਲਿਆਂ ਨੂੰ ਕਹਿ ਦੇ ਕਿ ਮੁੰਡਾ ਰਜ਼ਾਮੰਦ ਨਹੀਂ। ਸਲੀਮ ਇੱਕਦਮ ਜਜ਼ਬਾਤੀ ਹੋ ਗਿਆ। ਨਹੀਂ ਅੱਬਾ ਜਾਨ, ਅਜਿਹਾ ਨਹੀਂ ਕਰਨਾ ਜੀ। ਵਿਆਹ ਹੋ ਜਾਵੇ ਤਾਂ ਸਭ ਠੀਕ ਹੋ ਜਾਵੇਗਾ। ਮੈਂ ਉਸ ਤੋਂ ਮੁਹੱਬਤ ਕਰਦਾ ਹਾਂ ਅਤੇ ਕਿਸੇ ਦੀ ਮੁਹੱਬਤ ਅਕਾਰਤ ਨਹੀਂ ਜਾਂਦੀ। ਪਰ ਤੁਸੀਂ ਲੋਕਾਂ ਨੂੰ, ਮੇਰਾ ਮਤਲਬ ਹੈ ਸੀਮਾ ਨੂੰ, ਇਹ ਪਤਾ ਨਹੀਂ ਲੱਗਣ ਦਿਓ ਕਿ ਉਸ ਦਾ ਵਿਆਹ ਮੇਰੇ ਨਾਲ ਹੋ ਰਿਹਾ ਹੈ, ਜਿਸ ਦੇ ਨਾਲ ਉਹ ਬੇਰੁਖੀ ਅਤੇ ਬੇਇਤਨਾਈ ਦਾ ਇਜ਼ਹਾਰ ਕਰ ਚੁੱਕੀ ਹੈ। ਉਸ ਦੇ ਬਾਪ ਨੇ ਆਪਣੇ ਗੰਜੇ ਸਿਰ ਤੇ ਹੱਥ ਫੇਰਿਆ। ਮੈਂ ਇਸ ਸੰਬੰਧੀ ਸੋਚਾਂਗਾ, ਇਹ ਕਹਿ ਕੇ ਉਹ ਚਲੇ ਗਏ। ਉਹਨਾਂ ਨੇ ਇੱਕ ਠੇਕੇਦਾਰ ਤੋਂ ਰਿਸ਼ਵਤ ਵਸੂਲ ਕਰਨੀ ਸੀ, ਆਪਣੇ ਬੇਟੇ ਦੇ ਵਿਆਹ ਦੇ ਖਰਚਿਆਂ ਦੇ ਸਿਲਸਿਲੇ ਵਿੱਚ। ਸ਼ਹਿਜ਼ਾਦਾ ਸਲੀਮ ਜਦੋਂ ਰਾਤ ਨੂੰ ਪਲੰਗ 'ਤੇ ਸੌਣ ਲਈ ਲੇਟਿਆ ਤਾਂ ਉਸਨੂੰ ਅਨਾਰ ਦੀਆਂ ਕਲੀਆਂ ਹੀ ਕਲੀਆਂ ਨਜ਼ਰ ਆਈਆਂ। ਸਾਰੀ ਰਾਤ ਉਹ ਉਹਨਾਂ ਦੇ ਸੁਪਨੇ ਵੇਖਦਾ ਰਿਹਾ। ਘੋੜੇ 'ਤੇ ਸਵਾਰ ਬਾਗ ਵਿੱਚ ਆਇਆ ਹੈ, ਸ਼ਾਹਾਨਾ ਲਿਬਾਸ ਪਹਿਨਿਆ ਹੋਇਆ, ਅਸਪਤਾਜ਼ੀ ਤੋਂ ਉਤਰ ਕੇ ਬਾਗ ਦੀ ਇੱਕ ਡੰਡੀ 'ਤੇ ਜਾ ਰਿਹਾ ਹੈ। ਕੀ ਵੇਖਦਾ ਹੈ ਕਿ ਸੀਮਾ ਅਨਾਰ ਦੇ ਬੂਟੇ ਦੀ ਸਭ ਤੋਂ ਉੱਚੀ ਸ਼ਾਖ ਤੋਂ ਇੱਕ ਨੌਖੇਸ ਕਲੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦੀਆਂ ਭਾਰੀ ਭਰਕਮ ਕਿਤਾਬਾਂ ਜ਼ਮੀਨ 'ਤੇ ਬਿਖਰੀਆਂ ਪਈਆਂ ਹਨ, ਜ਼ੁਲਫਾਂ ਉਲਝੀਆਂ ਹੋਈਆਂ ਹਨ ਤੇ ਉਹ ਉਚਕ ਕੇ ਉਸ ਸ਼ਾਖ ਤੱਕ ਆਪਣਾ ਹੱਥ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਮਗਰ ਹਰ ਵਾਰ ਨਾਕਾਮ ਰਹਿੰਦੀ ਹੈ। ਉਹ ਉਸ ਵੱਲ ਵਧਿਆ। ਅਨਾਰ ਦੀ ਝਾੜੀ ਦੇ ਪਿੱਛੇ ਛੁਪ ਕੇ ਉਸਨੇ ਉਸ ਸ਼ਾਖ ਨੂੰ ਫੜਿਆ ਤੇ ਝੁਕਾ ਦਿੱਤਾ। ਸੀਮਾ ਨੇ ਉਹ ਕਲੀ ਤੋੜ ਲਈ ਜਿਸ ਦੇ ਲਈ ਉਹ ਇੰਨੀ ਕੋਸ਼ਿਸ਼ ਕਰ ਰਹੀ ਸੀ, ਪਰ ਫੌਰਨ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਸ਼ਾਖ ਹੇਠਾਂ ਕਿਵੇਂ ਝੁਕ ਗਈ। ਉਹ ਅਜੇ ਸੋਚ ਹੀ ਰਹੀ ਸੀ ਕਿ ਸ਼ਹਿਜ਼ਾਦਾ ਸਲੀਮ ਉਸ ਦੇ ਕੋਲ ਪਹੁੰਚ ਗਿਆ। ਸੀਮਾ ਘਬਰਾ ਗਈ, ਪਰ ਸੰਭਲ ਕੇ ਉਸਨੇ ਆਪਣੀਆਂ ਕਿਤਾਬਾਂ ਉਠਾਈਆਂ ਤੇ ਬਗਲ ਵਿੱਚ ਦੱਬ ਲਈਆਂ। ਅਨਾਰਕਲੀ ਆਪਣੇ ਜੋੜੇ ਵਿੱਚ ਟੰਗ ਲਈ ਤੇ ਖੁਸ਼ਕ ਸ਼ਬਦ ਕਹਿ ਕੇ ਉੱਥੋਂ ਚਲੀ ਗਈ। ਤੁਹਾਡੀ ਇਮਦਾਦ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਫਿਰ ਵੀ ਧੰਨਵਾਦ ਅਦਾ ਕਰ ਦਿੰਦੀ ਹਾਂ। ਤਮਾਮ ਰਾਤ
ਉਹ ਇਸ ਕਿਸਮ ਦੇ ਸੁਪਨੇ ਵੇਖਦਾ ਰਿਹਾ। ਸੀਮਾ ਉਸਦੀਆਂ ਭਾਰੀ ਭਰਕਮ ਕਿਤਾਬਾਂ, ਅਨਾਰ ਦੀਆਂ ਕਲੀਆਂ ਤੇ ਵਿਆਹ ਦੀ ਧੂਮ ਦਾ ਵਿਆਹ ਹੋ ਗਿਆ। ਸ਼ਹਿਜ਼ਾਦਾ ਸਲੀਮ ਨੇ ਉਸ ਵੇਲੇ ਤੱਕ ਆਪਣੀ ਅਨਾਰਕਲੀ ਦੀ ਇੱਕ ਝਲਕ ਵੀ ਨਹੀਂ ਵੇਖ ਸਕਿਆ ਸੀ। ਉਹ ਉਸ ਪਲ ਲਈ ਤੜਪ ਰਿਹਾ ਸੀ ਜਦੋਂ ਸੀਮਾ ਉਸਦੀ ਆਗੋਸ਼ ਵਿੱਚ ਹੋਵੇਗੀ। ਸਲੀਮ ਨੂੰ ਰੋਣ ਵਾਲੀਆਂ ਕੁੜੀਆਂ ਬਹੁਤ ਪਸੰਦ ਸਨ। ਉਸਦਾ ਇੱਕ ਫਲਸਫਾ ਸੀ ਕਿ ਔਰਤ ਜਦੋਂ ਰੋ ਰਹੀ ਹੋਵੇ ਤਾਂ ਬਹੁਤ ਹਸੀਨ ਹੋ ਜਾਂਦੀ ਹੈ। ਉਸਦੇ ਅੱਥਰੂ ਸ਼ਬਨਮ ਦੇ ਕਤਰਿਆਂ ਦੇ ਬਰਾਬਰ ਹੁੰਦੇ ਹਨ, ਜੋ ਮਰਦ ਦੇ ਜਜ਼ਬਿਆਂ ਦੇ ਫੁੱਲਾਂ 'ਤੇ ਟਪਕਦੇ ਹਨ, ਜਿਨ੍ਹਾਂ ਤੋਂ ਉਸਨੂੰ ਅਜਿਹੀ ਰਾਹਤ, ਅਜਿਹੀ ਲੱਜਤ ਮਿਲਦੀ ਹੈ ਜੋ ਹੋਰ ਕਿਸੇ ਵਕਤ ਨਸੀਬ ਨਹੀਂ ਹੋ ਸਕਦੀ। ਰਾਤ ਦੇ 10 ਵਜੇ ਦੁਲਹਨ ਨੂੰ ਕਮਰੇ ਵਿੱਚ ਦਾਖਲ ਕਰ ਦਿੱਤਾ ਗਿਆ। ਸਲੀਮ ਨੂੰ ਵੀ ਇਜਾਜ਼ਤ ਮਿਲ ਗਈ ਕਿ ਉਹ ਉਸ ਕਮਰੇ ਵਿੱਚ ਜਾ ਸਕਦਾ ਹੈ। ਲੜਕੀਆਂ ਦੀ ਛੇੜਛਾੜ ਅਤੇ ਰਸਮਾਂ ਰੀਤਾਂ ਸਭ ਖਤਮ ਹੋ ਗਈਆਂ ਸਨ। ਉਹ ਕਮਰੇ ਦੇ ਅੰਦਰ ਦਾਖਲ ਹੋਇਆ। ਫੁੱਲਾਂ ਨਾਲ ਸਜੀ ਹੋਈ ਸੇਜ ਤੇ ਦੁਲਹਨ ਘੁੰਡ ਕੱਢੀ ਰੇਸ਼ਮ ਦੀ ਗਠੜੀ ਜਿਹੀ ਬਣੀ ਬੈਠੀ ਸੀ। ਸ਼ਹਿਜ਼ਾਦਾ ਸਲੀਮ ਨੇ ਖਾਸ ਖਿਆਲ ਰੱਖਿਆ ਸੀ ਕਿ ਫੁੱਲ ਅਨਾਰ ਦੀਆਂ ਕਲੀਆਂ ਹੋਣ। ਉਹ ਧੜਕਦੇ ਹੋਏ ਦਿਲ ਦੇ ਨਾਲ ਸੇਜ ਵੱਲ ਵਧਿਆ ਅਤੇ ਦੁਲਹਨ ਦੇ ਕੋਲ ਬੈਠ ਗਿਆ। ਕਾਫੀ ਦੇਰ ਤੱਕ ਉਹ ਆਪਣੀ ਪਤਨੀ ਨਾਲ ਕੋਈ ਗੱਲ ਨਾ ਕਰ ਸਕਿਆ। ਉਹਨੂੰ ਅਜਿਹਾ ਮਹਿਸੂਸ ਹੁੰਦਾ ਸੀ ਕਿ ਉਸ ਦੇ ਬਗਲ ਵਿੱਚ ਕਿਤਾਬਾਂ ਹੋਣਗੀਆਂ ਜਿਨ੍ਹਾਂ ਨੂੰ ਉਹ ਚੁੱਕਣ ਨਹੀਂ ਦੇਵੇਗੀ। ਆਖਰ ਉਸਨੇ ਬੜੀ ਜ਼ਰੂਰਤ ਤੋਂ ਕੰਮ ਲਿਆ ਤੇ ਉਸਨੂੰ ਕਿਹਾ, ਸੀਮਾ। ਇਹ ਨਾਮ ਲੈਂਦੇ ਹੀ ਉਸਦੀ ਜ਼ੁਬਾਨ ਖੁਸ਼ਕ ਹੋ ਗਈ, ਪਰ ਉਸਨੇ ਫਿਰ ਜ਼ਰੂਰਤ ਜੁਟਾਈ ਤੇ ਆਪਣੀ ਦੁਲਹਨ ਦੇ ਚਿਹਰੇ ਤੋਂ ਘੁੰਡ ਚੁੱਕਿਆ ਅਤੇ ਭੁਚੱਕਾ ਰਹਿ ਗਿਆ। ਇਹ ਸੀਮਾ ਨਹੀਂ ਸੀ, ਕੋਈ ਹੋਰ ਕੁੜੀ ਸੀ। ਅਨਾਰ ਦੀਆਂ ਸਾਰੀਆਂ ਕਲੀਆਂ। ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕੁੰਗਲਾ ਗਈਆਂ ਹੋਣ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।